ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਮੈਂ ਹਾਂ ਗੁਰਵਿੰਦਰ ਸਿੰਘ। ਤੁਸੀਂ ਜਾਣਦੇ ਹੋ ਕਿ ਪਿਛਲੇ ਕਾਫੀ ਸਮੇਂ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ ਦੇ ਵਿੱਚ ਨੇ। ਇਸੇ ਸੰਘਰਸ਼ ਦੇ ਵਿੱਚ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਸ਼੍ਰੀ ਹਰਪ੍ਰੀਤ ਸਿੰਘ ਜੀ ਵੱਲੋਂ ਵੀ ਕਿਸਾਨਾਂ ਦੇ ਹਮਾਇਤ ਦੀ ਆਵਾਜ਼ ਹੈ ਜਿਹੜੀ ਉਹ ਚੁੱਕੀ ਗਈ ਹੈ। ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ। ਇਸੇ ਸੰਬੰਧ ਦੇ ਵਿੱਚ ਇਹ ਸਪੀਚ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਜਥੇਦਾਰ ਸਾਹਿਬ ਤੱਕ ਪਹੁੰਚ ਕੀਤੀ ਗਈ ਅਤੇ 100ਵੇਂ ਸਥਾਪਨਾ ਦਿਵਸ ਮੌਕੇ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਅਪੀਲ ਕੀਤੀ ਗਈ ਕਿ ਇਹਦੇ ਨਾਲ ਨਾਲ ਇਹ ਵੀ ਅਪੀਲ ਕੀਤੀ ਜਾਵੇ ਕਿ ਜਿਹੜੀਆਂ ਵੀ ਸਿਆਸੀ ਜਥੇਬੰਦੀਆਂ ਉਹਨਾਂ ਦੇ ਧਰਨੇ ਦੇ ਵਿੱਚ, ਉਹਨਾਂ ਦੇ ਸੰਘਰਸ਼ ਦੇ ਵਿੱਚ ਸ਼ਾਮਲ ਆਉਣਾ ਚਾਹੁੰਦੀਆਂ ਨੇ, ਉਹ ਆਪਣੇ ਪਾਰਟੀ ਦਾ ਝੰਡਾ ਅਤੇ ਆਪਣੀ ਪਾਰਟੀ ਦਾ ਹੋਰ ਕੋਈ ਵੀ ਸਿਆਸੀ ਆਗੂ ਹੈ ਜਿਹੜਾ ਉਹ ਇਸ ਮਕਸਦ ਦੇ ਨਾਲ ਆਵੇ ਕਿ ਇੱਥੇ ਸਿਰਫ ਕਿਸਾਨ ਜਥੇਬੰਦੀਆਂ ਦੇ ਹੱਕ ਦੀ ਗੱਲ ਹੈ ਜਿਹੜੀ ਸਿਰਫ ਉਹ ਕੀਤੀ ਜਾਣੀ ਹੈ, ਨਾ ਕਿ ਉਹਨਾਂ ਦੇ ਆਪਣੇ ਸਿਆਸੀ ਜਿਹੜੇ ਉੱਥੇ ਗੱਲਾਂ ਬਾਤਾਂ ਨੇ ਉਹ ਉੱਥੇ ਬਿਲਕੁਲ ਨਾ ਕੀਤੀਆਂ ਜਾਣ। ਕਿਉਂਕਿ ਇਹ ਜੋ ਸਾਰਾ ਸੰਘਰਸ਼ ਹੈ ਇਹ ਕਿਸਾਨਾਂ ਨੂੰ ਸਮਰਪਿਤ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾ ਰਹੇ ਨੇ ਉਹਦੇ ਵਿੱਚ ਉਹ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦੇ ਸਿਆਸੀ ਦਖਲ ਹੈ ਜਿਹੜਾ ਉਹ ਪਾਰਟੀਬਾਜ਼ੀ ਉੱਭਰ ਕੇ ਇੱਥੇ ਸਾਹਮਣੇ ਆਵੇ। ਇੱਥੇ ਤੁਹਾਨੂੰ ਇਹ ਵੀ ਸਪਸ਼ਟ ਕਰ ਦਈਏ ਕਿ ਸ਼੍ਰੋਮਣੀ ਕਮੇਟੀ ਦੇ 100ਵੇਂ ਸਥਾਪਨਾ ਦਿਵਸ ਦੇ ਮੌਕੇ ਨਤਮਸਤਕ ਹੋਣ ਲਈ ਪਹੁੰਚੇ ਰਾਜੇਵਾਲ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਜਿੱਥੇ ਉਹ ਇਹ ਸੰਦੇਸ਼ ਹੈ ਜਿਹੜਾ ਇੱਕ ਕੌਮ ਦੇ ਨਾਮ 'ਤੇ ਦੇ ਰਹੇ ਨੇ, ਇੱਕ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਦੇ ਰਹੇ ਨੇ, ਉੱਥੇ ਉਹ ਇਹ ਵੀ ਬੇਨਤੀ ਕਰਨ ਕਿ ਜਿਹੜੀਆਂ ਹੋਰ ਸਿਆਸੀ ਪਾਰਟੀਆਂ ਨੇ ਉਹ ਉਹਨਾਂ ਦਾ ਸਾਥ ਹੈ ਜਿਹੜਾ ਉਹ ਜ਼ਰੂਰ ਦੇ ਸਕਦੀਆਂ ਨੇ, ਪਰ ਉੱਥੇ ਆਪਣੀ ਪਾਰਟੀ ਹੈ ਜਿਹੜੀ ਉਹਦੀ ਉਹ ਕੋਈ ਵੀ ਇਸ਼ਤਿਹਾਰਬਾਜ਼ੀ ਜਾਂ ਕੋਈ ਵੀ ਬਿਆਨਬਾਜ਼ੀ ਉੱਥੇ ਨਹੀਂ ਕਰ ਸਕਦੇ। ਅਤੇ ਇੱਥੇ ਉਹਨਾਂ ਇੱਕ ਗੱਲ ਹੋਰ ਵੀ ਸਪਸ਼ਟ ਕੀਤੀ ਹੈ ਕਿ ਉਹਨਾਂ ਪਾਰਟੀਆਂ ਦੇ ਸਿਆਸੀ ਆਗੂਆਂ ਨੂੰ ਇੱਕ ਹੋਰ ਬੇਨਤੀ ਹੈ ਜਿਹੜੀ ਉਹ ਵੀ ਕਰਨ ਲਈ ਕਿਹਾ ਗਿਆ ਹੈ ਕਿ ਕਿਸੇ ਨੂੰ ਵੀ ਸਟੇਜ ਹੈ ਜਿਹੜੀ ਉੱਥੇ ਉਹ ਸਾਂਝੀ ਨਹੀਂ ਕਰਨ ਦਿੱਤੀ ਜਾਏਗੀ। ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਉਹਨਾਂ ਦੇ ਵਿੱਚ ਆਉਂਦੀਆਂ ਨਹੀਂ ਤਾਂ ਹੋ ਸਕਦਾ ਹੈ ਕਿ ਉਹਨਾਂ ਦਾ ਜੋ ਸੰਘਰਸ਼ ਹੈ ਉਹ ਕਿਸੇ ਨਾ ਕਿਸੇ ਤਰੀਕੇ ਆਪਣੇ ਹੋ ਸਕਦਾ ਹੈ ਕਿ ਟਰੈਕ ਤੋਂ ਸਾਈਡ 'ਤੇ ਹੋ ਜਾਵੇ, ਕਿਉਂਕਿ ਸਿਆਸੀ ਪਾਰਟੀਆਂ ਆਪਣਾ ਲਾਹਾ ਜਿਹੜਾ ਉਹ ਹਰ ਵੇਲੇ ਲੈਣਾ ਚਾਹੁੰਦੀਆਂ ਨੇ। ਇੱਥੇ ਇੱਕ ਗੱਲ ਹੋਰ ਵੀ ਸਪਸ਼ਟ ਕਰ ਦਈਏ ਕਿ ਦਿੱਲੀ ਸਰਕਾਰ ਦੇ ਵੱਲੋਂ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ। ਜਦੋਂ ਇਸ ਸੰਬੰਧੀ ਸਿਆਸੀ ਆਗੂਆਂ ਨੂੰ ਪੁੱਛਿਆ ਗਿਆ ਕਿ ਉਹਨਾਂ ਵੱਲੋਂ ਜਿਹੜੀ ਹੁਣ 26-27 ਨਵੰਬਰ ਦੀ ਕਾਲ ਹੈ ਜਿਹੜੀ ਦਿੱਤੀ ਜਾਣੀ ਹੈ ਉਹਦੇ ਵਿੱਚ ਅਗਲੀ ਰਣਨੀਤੀ ਕੀ ਹੋਏਗੀ, ਕਿਉਂਕਿ ਦਿੱਲੀ ਦੇ ਵਿੱਚ ਧਾਰਾ 144 ਲਾਗੂ ਹੋਣ ਕਾਰਨ ਉੱਥੇ ਧਰਨੇ ਅਤੇ ਪ੍ਰਦਰਸ਼ਨ ਨਹੀਂ ਕੀਤੇ ਜਾ ਸਕਦੇ। ਇਹਦੇ ਵਿੱਚ ਵੱਖ-ਵੱਖ ਸਿਆਸੀ ਆਗੂਆਂ ਨੇ ਆਪਣਾ ਬਿਆਨ ਜਿਹੜਾ ਜਾਰੀ ਕੀਤਾ ਹੈ। ਉਹਨਾਂ ਸਪਸ਼ਟ ਕੀਤਾ ਹੈ ਕਿ ਜੇਕਰ ਦਿੱਲੀ ਸਰਕਾਰ, ਕੇਂਦਰ ਸਰਕਾਰ ਸਾਨੂੰ ਉੱਥੇ ਜਾਣ ਤੋਂ ਰੋਕਦੀ ਹੈ ਤਾਂ ਉਹ ਪਹਿਲੀ ਗੱਲ ਤਾਂ ਬਿਲਕੁਲ ਇਹ ਚੀਜ਼ ਬਰਦਾਸ਼ਤ ਨਹੀਂ ਕਰਨਗੇ, ਪਰ ਜੇਕਰ ਉੱਥੇ ਇਹ ਸਾਰਾ ਕੁਝ ਹੈ, ਧਾਰਾ 144 ਉੱਥੇ ਲਾਗੂ ਹੈ, ਪਰ ਫਿਰ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਕਿ ਜਿੱਥੋਂ ਤੱਕ ਉਹਨਾਂ ਦੀ ਪਹੁੰਚ ਹੈ ਉੱਥੇ ਤੱਕ ਜਾਇਆ ਜਾਵੇਗਾ ਅਤੇ ਧਰਨੇ ਪ੍ਰਦਰਸ਼ਨ ਨੇ ਜਿਹੜੇ ਉਹ ਕੀਤੇ ਜਾਣਗੇ। ਉਹਦੇ ਵਿੱਚੋਂ ਇਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿੱਥੇ ਤੱਕ ਜਾਇਆ ਜਾਂਦਾ ਹੈ, ਜਿੱਥੇ ਉਹਨਾਂ ਨੂੰ ਕੇਂਦਰ ਦੀ ਸਰਕਾਰ ਰੋਕ ਲਏਗੀ, ਚਾਹੇ ਉਹ ਕਿਸੇ ਵੀ ਤਰੀਕੇ ਰੋਕ ਲਏ, ਭਾਵੇਂ ਕਿ ਉਹਨਾਂ ਇਹ ਵੀ ਗੱਲ ਸਪਸ਼ਟ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਉਹਨਾਂ ਦਾ ਜਿਹੜਾ ਸੰਘਰਸ਼ ਹੈ ਉਹ ਨਹੀਂ ਰੋਕਿਆ ਜਾਵੇਗਾ, ਪਰ ਜੇਕਰ ਕੋਈ ਹੋਰ ਹਿੱਲਾ ਉੱਥੇ ਨਹੀਂ ਹੁੰਦਾ ਦਿਖਾਈ ਦਿੰਦਾ ਤਾਂ ਉਹਨਾਂ ਵੱਲੋਂ ਉਸੇ ਜਗ੍ਹਾ ਦੇ ਉੱਤੇ ਰੁਕ ਕੇ ਧਰਨਾ ਅਤੇ ਪ੍ਰਦਰਸ਼ਨ ਹੈ ਜਿਹੜਾ ਉਹ ਵੀ ਦਿੱਤਾ ਜਾਏਗਾ। ਇਹਦੇ ਵਿੱਚ ਇਹ ਵੀ ਗੱਲ ਸਪਸ਼ਟ ਕਰ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ ਉੱਥੇ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਤੋਂ ਉਹਨਾਂ ਨੂੰ ਰੋਕਿਆ ਜਾਂਦਾ, ਭਾਵੇਂ ਕਿ ਉਹਨਾਂ ਨੇ ਇਹ ਵੀ ਗੱਲ ਸਪਸ਼ਟ ਕੀਤੀ ਹੈ ਕਿ ਪਹਿਲਾਂ ਉਹਨਾਂ ਨੂੰ ਦਿੱਲੀ ਵਿਖੇ ਧਰਨਾ ਦੇਣ ਦੀ ਇਜਾਜ਼ਤ ਹੈ ਜਿਹੜੀ ਦਿੱਤੀ ਗਈ ਸੀ, ਪਰ ਦਿੱਲੀ ਮੀਟਿੰਗ ਤੋਂ ਬਾਅਦ ਉਹਨਾਂ ਦੀ ਧਰਨਾ ਦੇਣ ਦੀ ਜਿਹੜੀ ਉੱਥੇ ਜੋ ਰਣਨੀਤੀ ਕੀਤੀ ਗਈ ਸੀ ਉਹਦੇ ਵਿੱਚ ਧਾਰਾ 144 ਦਿੱਲੀ ਵਿੱਚ ਲਾਗੂ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਸਖਤ ਰੁਖ ਰੱਖਦਿਆਂ ਉਹਨਾਂ ਨੂੰ ਧਰਨਾ ਦੇਣ ਦੀ ਜਿਹੜੀ ਇਜਾਜ਼ਤ ਸੀ ਉਹਦੇ ਵਿੱਚ ਜਵਾਬ ਦਿੱਤਾ ਗਿਆ, ਪਰ ਫਿਰ ਵੀ ਉਹਨਾਂ ਵੱਲੋਂ 26-27 ਨਵੰਬਰ ਦਾ ਜੋ ਧਰਨਾ ਹੈ ਉਹ ਉਸੇ ਤਰ੍ਹਾਂ ਜਾਰੀ ਰਹੇਗਾ। ਲਗਭਗ
50 ਤੋਂ 60 ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜਿਹੜੀਆਂ ਉੱਥੇ ਪਹੁੰਚਣਗੀਆਂ ਤੇ ਜਿਹਦੇ ਰਾਹੀਂ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਜਾਵੇਗਾ। ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ ਸਾਹਿਬ ਜੁੜ ਚੁੱਕੇ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਵਾਗਤ ਹੈ ਜੀ ਤੁਹਾਡਾ ਅਕਾਲ ਚੈਨਲ ਤੇ। ਧੰਨਵਾਦ ਜੀ ਅਕਾਲ ਚੈਨਲ ਜੀ। ਤੁਸੀਂ ਜਾਣਦੇ ਹੋ ਕਿ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਸਪਸ਼ਟ ਕਰੋ ਕਿ ਰਾਜੇਵਾਲ ਸਾਹਿਬ ਵੱਲੋਂ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਜਥੇਦਾਰ ਸਾਹਿਬ ਵੱਲੋਂ ਵੀ ਇਹ ਸਾਰਾ ਮਾਮਲੇ ਦੇ ਵਿੱਚ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਾਰੀਆਂ ਜਥੇਬੰਦੀਆਂ ਨੂੰ ਇੱਕ ਹੋ ਕੇ ਚੱਲਣਾ ਚਾਹੀਦਾ ਹੈ, ਕਿਉਂਕਿ ਇਹ ਸਾਰੇ ਦੇਸ਼ ਭਰ ਦਾ ਜੋ ਇੱਕ ਸਾਰਾ ਮਸਲਾ ਹੈ ਜਿਹੜਾ ਉਹ ਦੇਸ਼ ਭਰ ਦਾ ਬਣਿਆ ਹੋਇਆ ਹੈ। ਇਕੱਲੇ ਕਿਸਾਨ ਆਗੂਆਂ ਦਾ ਮਸਲਾ ਇਸ ਸਮੇਂ ਨਹੀਂ ਰਹਿ ਚੁੱਕਿਆ ਤੇ ਉੱਥੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹ ਇੱਕ ਝੰਡੇ ਦੇ ਹੇਠਾਂ ਇਕੱਠੇ ਹੋ ਕੇ ਚੱਲਣ। ਤੇ ਇਹਦੇ ਵਿੱਚ ਕੀ ਸਪਸ਼ਟ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਰਾਜੇਵਾਲ ਸਾਹਿਬ ਉੱਥੇ ਮੁਲਾਕਾਤ ਕਰਕੇ ਆਏ ਪਰ ਕੇਂਦਰ ਸਰਕਾਰ ਦਾ ਜਿਹੜਾ ਰੁਖ ਹੈ ਉਹ ਹਾਲੇ ਵੀ ਸਖਤ ਦਿਖਾਈ ਦੇ ਰਿਹਾ ਹੈ? ਮੈਂ ਕੁਲਵੰਤ ਸਿੰਘ ਮੌਲਵੀਵਾਲਾ, ਵਾਈਸ ਪ੍ਰੈਜ਼ੀਡੈਂਟ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਜੀ। ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜੀ ਕਿ ਜੋ ਅੰਦੋਲਨ ਪਿਛਲੇ ਸਮੇਂ ਤੋਂ ਕਿਸਾਨਾਂ ਦਾ ਪੰਜਾਬ ਵਿੱਚ ਚੱਲਿਆ ਹੋਇਆ ਹੈ ਜੀ, ਉਹ ਅੰਦੋਲਨ ਬੜੇ ਪੁਰਅਮਨ ਢੰਗ ਦੇ ਨਾਲ ਆਪਦਾ ਜੋ ਟੀਚਾ ਮਿਥਿਆ ਹੋਇਆ, ਜੋ ਭਾਰਤ ਸਰਕਾਰ ਪੰਜਾਬ ਦੇ ਕਿਸਾਨਾਂ, ਖਾਸ ਤੌਰ ਤੇ ਭਾਰਤ ਦੇ ਕਿਸਾਨਾਂ ਨਾਲ ਹੀ ਬੇਇਨਸਾਫੀ ਕਰਨ ਵਾਸਤੇ ਤੁੱਲੀ ਹੋਈ ਹੈ ਜੀ, ਉਹਦੇ ਖਿਲਾਫ ਸਾਡਾ ਜਿਹੜਾ ਅੰਦੋਲਨ ਹੈ, ਅਸੀਂ ਉਹ ਅੰਦੋਲਨ ਬੜੇ ਪੁਰਅਮਨ ਢੰਗ ਦੇ ਨਾਲ ਚਲਾਇਆ ਹੋਇਆ ਪਿਛਲੇ ਕਾਫੀ 2-2.5 ਮਹੀਨਿਆਂ ਤੋਂ ਜੀ, ਔਰ ਉਸੇ ਢੰਗ ਨਾਲ ਉਹ ਅੰਦੋਲਨ ਚੱਲਦਾ ਰਹੇਗਾ। ਇਸ ਅੰਦੋਲਨ ਨੂੰ ਜਿਸ ਢੰਗ ਦੇ ਨਾਲ ਸਾਡੀਆਂ 30 ਕਿਸਾਨ ਜਥੇਬੰਦੀਆਂ ਚਲਾ ਰਹੀਆਂ ਨੇ, ਬੜੀ ਸੰਜੀਦਗੀ ਦੇ ਨਾਲ ਇਹਨੂੰ ਚਲਾਇਆ ਜਾ ਰਿਹਾ ਹੈ ਔਰ ਕੇਂਦਰ ਸਰਕਾਰ ਅਜੇ ਇਹਨੂੰ ਹਲਕੇ ਵਿੱਚ ਲੈ ਰਿਹਾ ਹੈ ਜੀ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਸਾਡਾ ਜਿਹੜਾ ਅੰਦੋਲਨ ਹੈ ਕੋਈ ਹਿੰਸਕ ਰੂਪ ਇਖਤਿਆਰ ਕਰੇ। ਅਸੀਂ ਚਾਹੁੰਦੇ ਹਾਂ ਕਿ ਪੁਰਅਮਨ ਢੰਗ ਦੇ ਨਾਲ ਹੀ ਸਾਡੇ ਜਿਹੜੇ ਮਸਲੇ ਆ ਗੱਲਬਾਤ ਦੇ ਰਾਹੀਂ ਇਹ ਹੱਲ ਹੋ ਜਾਣ। ਸੋ ਜਿੱਥੋਂ ਤੱਕ ਸੰਬੰਧ ਹੈ ਰਾਜੇਵਾਲ ਸਾਹਿਬ ਦਾ, ਅਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ ਉਹਨਾਂ ਨੇ ਗੱਲ ਕੀਤੀ ਹੈ ਜੀ। ਜਥੇਦਾਰ ਸਾਹਿਬ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਹੈ, ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਇਹ ਜਿਹੜਾ ਅੰਦੋਲਨ ਹੈ ਇਹਦੇ ਵਿੱਚ ਭਰਪੂਰ ਹਿੱਸਾ ਪਾਇਆ ਜਾਵੇ। ਅਸੀਂ ਉਹਦਾ ਸਵਾਗਤ ਕਰਦੇ ਹਾਂ ਜੀ। ਪਰ ਜਿੱਥੋਂ ਤੱਕ ਸੰਬੰਧ ਹੈ ਕਿਸੇ ਰਾਜਨੀਤਿਕ ਪਾਰਟੀ ਦਾ ਜੀ, ਅਸੀਂ ਰਾਜਨੀਤਿਕ ਪਾਰਟੀਆਂ ਦਾ ਜਿਹੜਾ ਵਿਸ਼ਾ ਹੈ ਉਹ ਇੱਕ ਅਲੱਗ ਚੀਜ਼ ਹੈ। ਅਸੀਂ ਕਿਸਾਨ ਜਥੇਬੰਦੀਆਂ ਜਿਹੜੀਆਂ 30 ਕਿਸਾਨ ਜਥੇਬੰਦੀਆਂ ਇਹ ਸਾਰੇ ਅੰਦੋਲਨ ਨੂੰ ਚਲਾ ਰਹੀਆਂ ਹੈ, ਉਹ ਅੰਦੋਲਨ ਦੇ ਵਿੱਚ ਹਿੱਸਾ ਕੋਈ ਪਾਵੇ ਆ ਕੇ। ਸਾਡੇ ਕਿਸਾਨ ਭਰਾ ਨੇ, ਸਾਰੀਆਂ ਪੋਲੀਟੀਕਲ ਪਾਰਟੀਆਂ ਵਿੱਚ ਕਿਸਾਨ ਭਰਾ ਸਾਡੇ ਹੈਗੇ ਨੇ ਜੀ, ਉਹ ਹਿੱਸਾ ਪਾਉਣ। ਪਰ ਪੋਲੀਟੀਕਲ ਪਾਰਟੀਆਂ ਸਿੱਧਾ ਇਹਦੇ 'ਚ ਕੋਈ ਦਖਲਅੰਦਾਜ਼ੀ ਕਰਨ ਜਾਂ ਉਹ ਕਿਸੇ ਦੇ ਕਹੇ ਤੇ ਕਰਨ, ਉਹ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਠੀਕ ਨਹੀਂ ਸਮਝਦੀਆਂ ਔਰ ਆਪਦੇ ਹਿਸਾਬ ਨਾਲ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਬੜੀ ਸੰਜੀਦਗੀ ਦੇ ਨਾਲ ਇਸ ਅੰਦੋਲਨ ਨੂੰ ਸਰ ਅੰਜਾਮ ਦੇ ਰਹੀਆਂ ਨੇ ਜੀ। ਜਿਸ ਤਰ੍ਹਾਂ ਕਿ ਜਥੇਦਾਰ ਸਾਹਿਬ ਵੱਲੋਂ ਹੁਣ ਕਿਸਾਨ ਜਥੇਬੰਦੀਆਂ ਦੇ ਹੱਕ ਦੀ ਗੱਲ ਕੀਤੀ ਗਈ ਹੈ, ਭਾਵੇਂ ਕਿ ਵੱਖ-ਵੱਖ ਸਮਿਆਂ ਦੇ ਉੱਤੇ ਜਥੇਦਾਰ ਸਾਹਿਬ ਵੱਲੋਂ ਹਮੇਸ਼ਾ ਕੌਮ ਦੇ ਨਾਮ ਇੱਕ ਨਿੱਘਾ ਸੰਦੇਸ਼ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ। ਤੇ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਕਿ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇੱਕ ਝੰਡੇ ਦੇ ਹੇਠਾਂ ਹੋ ਕੇ ਹੁਣ ਚੱਲਣਗੀਆਂ? ਦੇਖੋ, ਇਹ ਸਿਆਸੀ ਪਾਰਟੀਆਂ ਵਾਲੀ ਫੇਰ ਜਿਹੜੀ ਗੱਲ ਹੈ ਨਾ, ਇਹ ਗੱਲ ਫਿਰ ਉੱਥੇ ਜਾ ਕੇ ਫੇਰ ਕਿਤੇ ਨਾ ਕਿਤੇ ਇਹਦੇ 'ਚ ਬ੍ਰੇਕ ਲੱਗ ਜਾਂਦੀ ਹੈ ਜੀ। ਕਿਸਾਨ ਪੰਜਾਬ ਦੀ ਜਨਤਾ ਨੂੰ, ਸਿੱਖ ਜਗਤ ਨੂੰ ਜਿਹੜੀ ਅਪੀਲ ਹੈ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ, ਉਹ ਜਿਹੜੀ ਹੈ ਉਹ ਤਾਂ ਇੱਕ ਅੱਛਾ ਸੰਕੇਤ ਹੈ ਜੀ। ਔਰ ਜਿਸ ਢੰਗ ਦੇ ਨਾਲ ਉਹਨਾਂ ਨੇ ਦੀਵਾਲੀ ਦੇ ਮੌਕੇ ਤੇ ਸੰਬੋਧਨ ਕਰਦਿਆਂ ਸਿੱਖ ਜਗਤ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਸੀ ਕਿ ਇਸ ਅੰਦੋਲਨ ਦਾ ਹਿੱਸਾ ਬਣ ਕੇ ਇਸ ਅੰਦੋਲਨ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਵੇ, ਇਹਦੀ ਹਰ ਪੱਖ ਤੋਂ ਮਦਦ ਕੀਤੀ ਜਾਵੇ। ਕਿਸਾਨ ਜਥੇਬੰਦੀਆਂ ਉਹਦਾ ਸਵਾਗਤ ਕਰਦੀਆਂ ਜੀ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਆਪਣੀ ਕੌਮ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ ਸੀ, ਪਰ ਕੇਂਦਰ ਸਰਕਾਰ ਦੇ ਉੱਤੇ ਉਹਨਾਂ ਵੱਲੋਂ ਵਾਰ ਕਰਦਿਆਂ ਇਹ ਵੀ ਕਿਹਾ ਗਿਆ ਹੈ ਕਿ ਜੋ ਹੁਣ ਦੀ ਮੌਜੂਦਾ ਸਰਕਾਰ ਹੈ ਉਹਦੇ ਉੱਤੇ ਉਹ ਲਗਾਤਾਰ ਪੰਜਾਬ ਦੇ ਕਿਸਾਨਾਂ ਨੂੰ ਹੁਣ ਕੰਗਾਲ ਕਰਨ ਦੇ ਉੱਤੇ ਤੁਰੀ ਹੋਈ ਹੈ। ਬਿਲਕੁਲ ਠੀਕ, ਬਿਲਕੁਲ ਠੀਕ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਮੁਸਲਮਾਨ ਤਾਨਾਸ਼ਾਹਾਂ ਨੂੰ ਹਰਾ ਕੇ ਇੱਥੇ ਮਾਲਕੀ ਦੇ ਹੱਕ ਜਿਹੜੇ
ਬਹੁਤ ਲੰਬੇ ਸਮੇਂ ਤੋਂ ਜਿਹੜੇ ਉਹਨਾਂ ਜ਼ਮੀਨਾਂ ਤੇ ਕਾਸ਼ਤ ਕਰਦੇ ਸੀ। ਇਹ ਕਿਸਾਨ ਜਥੇਬੰਦੀਆਂ ਵੀ ਇਹਨੂੰ ਮਹਿਸੂਸ ਕਰਦੀਆਂ ਔਰ ਸਮਝਦੀਆਂ ਸਾਰੀ ਗੱਲ ਨੂੰ। ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਜ਼ਮੀਨਾਂ ਤੇ ਕਾਸ਼ਤ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜੀ। ਇਹ ਜਥੇਦਾਰ ਸਾਹਿਬ ਨੂੰ ਪਤਾ, ਸਾਨੂੰ ਵੀ ਪਤਾ ਹੈ, ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਹੈ। ਔਰ ਇਹ ਸਿੱਖ ਧਰਮ ਦਾ ਇੱਕ ਇਨਕਲਾਬੀ ਕਦਮ ਸੀ। ਜਿਹੜਾ ਸਿੱਖ ਧਰਮ ਦਾ ਹੈ ਹੀ ਇਨਕਲਾਬੀ ਵੈਸੇ, ਪਰ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਇਹ ਇੱਕ ਬਹੁਤ ਹੀ ਵਧੀਆ ਕਦਮ ਸੀ। ਔਰ ਅੱਜ ਦੇ ਸਮੇਂ ਦੇ ਵਿੱਚ ਜੋ ਇੱਥੋਂ ਦੀ ਸਾਡੀ ਕੇਂਦਰ ਦੀ ਮੋਦੀ ਸਰਕਾਰ ਇਹ ਜਿਹੜੇ ਬੜੀਆਂ ਕੁਰਬਾਨੀਆਂ ਦੇ ਨਾਲ ਸਿੱਖ ਧਰਮ ਨੇ ਜਾਂ ਪੰਜਾਬ ਦੇ ਲੋਕਾਂ ਨੇ ਜਾਂ ਭਾਰਤ ਦੇ ਲੋਕਾਂ ਨੇ ਕੁਰਬਾਨੀਆਂ ਕਰਕੇ ਜੋ ਕਾਨੂੰਨ ਬਣਾਏ ਸੀ ਉਹਨਾਂ ਨੂੰ ਪੁੱਠਾ ਗੇੜਾ ਦੇਣ ਵਾਸਤੇ ਕੇਂਦਰ ਦੀ ਸਰਕਾਰ ਤੁੱਲੀ ਹੋਈ ਹੈ। ਪਰ ਕੇਂਦਰ ਸਰਕਾਰ ਦੇ, ਮੋਦੀ ਸਰਕਾਰ ਦੇ ਮਨਸੂਬੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਹੈ ਜਾਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਸਫਲ ਨਹੀਂ ਹੋਣ ਦੇਣਗੇ ਔਰ ਜਿਹੜੇ ਇਹਨਾਂ ਦੇ ਹੱਕ ਹੈ ਕਿਸਾਨਾਂ ਦੇ ਉਹ ਲੈ ਕੇ ਰਹਿਣਗੇ ਜੀ। 26-27 ਨਵੰਬਰ ਦੀ ਦਿੱਲੀ ਧਰਨੇ ਦੀ ਕਾਲ ਹੈ ਜਿਹੜੀ ਤੁਹਾਡੇ ਵੱਲੋਂ ਕਾਫੀ ਸਮਾਂ ਪਹਿਲਾਂ ਹੀ ਦਿੱਤੀ ਗਈ ਸੀ, ਜਦ ਕਿ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਇਹ ਬਿਆਨ ਜਾਰੀ ਹੋ ਗਿਆ ਹੈ ਕਿ ਉਹਨਾਂ ਦੇ ਵੱਲੋਂ ਜੇਕਰ ਧਾਰਾ 144 ਜਿਹੜੀ ਦਿੱਲੀ ਵਿਖੇ ਲਗਾਈ ਗਈ ਹੈ, ਜੇਕਰ ਉੱਥੇ ਸਾਨੂੰ ਕੋਈ ਰੋਕਿਆ ਵੀ ਜਾਂਦਾ ਹੈ ਤਾਂ ਉਹ ਉੱਥੇ ਬਿਲਕੁਲ ਨਹੀਂ ਰੁਕਣਗੇ ਅਤੇ ਜਿੱਥੋਂ ਤੱਕ ਉਹਨਾਂ ਵੱਲੋਂ ਪਹੁੰਚ ਕੀਤੀ ਗਈ ਉਸ ਪਹੁੰਚ ਦੀ ਜਗ੍ਹਾ ਤੇ ਪਹੁੰਚ ਕੇ ਉੱਥੇ ਧਰਨਾ ਤੇ ਪ੍ਰਦਰਸ਼ਨ ਹੈ ਜਿਹੜਾ ਉਹ ਉਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਜਿਸ ਤਰ੍ਹਾਂ ਕਿ ਹੁਣ ਵੱਖ-ਵੱਖ ਥਾਵਾਂ ਦੇ ਉੱਤੇ ਰੱਖਿਆ ਜਾ ਰਿਹਾ ਹੈ। ਤੇ ਤੁਹਾਡੀ ਜਥੇਬੰਦੀ ਉਸ ਧਰਨੇ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਜਾਂ ਤੁਸੀਂ ਕੋਈ ਵੱਖਰਾ ਦਿਨ ਉਸ ਜਥੇਬੰਦੀ ਲਈ ਰੱਖਿਆ ਹੈ? ਹਾਂਜੀ, ਜਿੱਥੋਂ ਤੱਕ ਸਾਡੀ ਜਥੇਬੰਦੀ ਦਾ ਕੁੱਲ ਹਿੰਦ ਕਿਸਾਨ ਸਭਾ ਦਾ ਸੰਬੰਧ ਹੈ ਅਸੀਂ 30 ਕਿਸਾਨ ਜਥੇਬੰਦੀਆਂ ਦਾ ਹਿੱਸਾ ਹੈ ਜੀ। ਜੋ 30 ਕਿਸਾਨ ਜਥੇਬੰਦੀਆਂ ਦਾ ਕੱਲ ਨੂੰ ਸਾਡੀ 18 ਤਰੀਕ ਦੀ ਜਿਹੜੀ 18 ਨਵੰਬਰ ਦੀ ਮੀਟਿੰਗ ਹੈ ਚੰਡੀਗੜ੍ਹ, ਜੋ ਮੀਟਿੰਗ 'ਚ ਡਿਸਾਈਡ ਹੋਏਗਾ, ਜੋ ਮੀਟਿੰਗ 'ਚ ਨਿਰਣਾ ਲਿਆ ਜਾਏਗਾ, ਸਾਡੀ ਜਥੇਬੰਦੀ ਪੂਰੀ ਤਰ੍ਹਾਂ ਉਹਦੀ ਪਾਬੰਦ ਹੈ ਔਰ ਜੋ ਫੈਸਲਾ ਹੋਏਗਾ ਉਸ ਮੁਤਾਬਕ ਹੀ ਕੁੱਲ ਹਿੰਦ ਕਿਸਾਨ ਸਭਾ ਉਹ ਆਪਣਾ ਜਿਹੜਾ ਰੋਲ ਹੈ ਉਹਦੇ ਵਿੱਚ ਪਲੇ ਕਰੇਗੀ। ਔਰ ਜਿੱਥੋਂ ਤੱਕ ਸੰਬੰਧ ਹੈ ਰੋਕਣ ਦਾ, ਸਰਕਾਰ ਦਾ ਕੰਮ ਹੈ ਰੋਕਣਾ ਜਾਂ ਨਾ ਰੋਕਣਾ, ਉਹ ਸਰਕਾਰ ਦਾ ਕੰਮ ਹੈ। ਅਸੀਂ 26-27 ਤਰੀਕ ਦਾ ਜਿਹੜਾ 30 ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੋਇਆ ਹੈ ਦਿੱਲੀ ਘੇਰਨ ਦਾ, ਔਰ ਉਹਦੇ ਵਿੱਚ ਆਲ ਇੰਡੀਆ ਤੇ ਸਾਡੀ ਜਿਹੜੀ ਤਾਲਮੇਲ ਕਮੇਟੀ ਸਾਰੇ ਹਿੰਦੁਸਤਾਨ ਦੀ, ਸਾਰੇ ਭਾਰਤ ਦੀ ਬਣੀ ਹੋਈ ਹੈ, ਉਹਦਾ ਵੀ ਫੈਸਲਾ ਹੈ। ਇਕੱਲੇ ਪੰਜਾਬ ਦੀਆਂ 30 ਜਥੇਬੰਦੀਆਂ ਦਾ ਨਹੀਂ, ਸਾਰੇ ਦਿੱਲੀ ਨੂੰ, ਸਾਰੇ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਜੋ 500 ਤੋਂ ਵੱਧ ਗਿਣਤੀ 'ਚ ਬਣਦੀਆਂ ਨੇ ਉਹ ਸਾਰੀ ਦਿੱਲੀ ਨੂੰ ਘੇਰਨਗੀਆਂ। ਔਰ ਸਰਕਾਰ ਦਾ ਕੰਮ ਹੈ ਸਾਨੂੰ ਰੋਕਣਾ, ਪਰ ਅਸੀਂ ਆਪਦਾ ਅੰਦੋਲਨ ਹੈ, ਆਪਦੇ ਹੱਕ ਲੈਣ ਵਾਸਤੇ ਅਸੀਂ ਦਿੱਲੀ ਨੂੰ ਘੇਰਨ ਵਾਸਤੇ ਜੋ ਫੈਸਲਾ ਕੀਤਾ ਹੋਇਆ ਅਸੀਂ ਹਰ ਸੰਭਵ ਕੋਸ਼ਿਸ਼ ਕਰਨੀ ਹੈ ਕਿ ਅਸੀਂ ਦਿੱਲੀ ਪਹੁੰਚੀਏ। 13 ਨਵੰਬਰ ਨੂੰ ਜੋ ਮੀਟਿੰਗ ਹੋ ਕੇ ਹਟੀ ਹੈ ਉਸ ਮੀਟਿੰਗ ਤੋਂ ਬਾਹਰ ਆਉਣ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਕਿ ਹੁਣ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਹੋ ਚੁੱਕਿਆ ਹੈ। ਕੇਂਦਰ ਸਰਕਾਰ ਤੇ ਅਸੀਂ ਆਪਣਾ ਪ੍ਰਭਾਵ ਹੈ ਜਿਹੜਾ ਬਣਾਉਂਦੇ ਜਾ ਰਹੇ ਹਾਂ। ਹੋਰ ਕੁਝ ਕੁ ਮੀਟਿੰਗਾਂ ਤੋਂ ਬਾਅਦ ਹੋ ਸਕਦਾ ਹੈ ਕਿ ਉਹਨਾਂ ਦਾ ਮਸਲਾ ਜਿਹੜਾ ਹੱਲ ਹੋ ਜਾਵੇ, ਪਰ ਇੱਥੇ ਕੇਂਦਰ ਸਰਕਾਰ ਵੱਲੋਂ ਮੀਟਿੰਗ ਤੋਂ ਬਾਅਦ ਨਿਕਲਦਿਆਂ ਸਾਰ ਹੀ ਧਾਰਾ 144 ਉੱਥੇ ਲਾਗੂ ਕਰ ਦਿੱਤੀ ਗਈ। ਇਹਦੇ ਵਿੱਚ ਤੁਸੀਂ ਇਹ ਨਹੀਂ ਸਮਝਦੇ ਕਿ ਦਿੱਲੀ ਸਰਕਾਰ ਹੁਣ ਚਾਹੁੰਦੀ ਹੈ ਕਿ ਇੱਥੇ ਧਰਨੇ ਪ੍ਰਦਰਸ਼ਨ ਨੇ ਜਿਹੜੇ ਉਹ ਬਿਲਕੁਲ ਨਾ ਕੀਤੇ ਜਾਣ? ਇਹ ਤੁਸੀਂ ਜੋ ਗੱਲ ਕਹਿ ਰਹੇ ਹੋ, ਜੋ ਸਰਕਾਰ ਦੇ ਫੈਸਲੇ ਉਸ ਮੁਤਾਬਕ ਕਹਿ ਰਹੇ ਹੋ, ਪਰ ਜੋ ਕਿਸਾਨ ਜਥੇਬੰਦੀਆਂ ਦੇ ਫੈਸਲੇ ਨੇ, ਕਿਸਾਨ ਜਥੇਬੰਦੀਆਂ ਜੋ ਫੈਸਲਾ ਕਰਨਗੀਆਂ, ਤਹਈਆ ਕਰਨਗੀਆਂ, ਕਿਸਾਨ ਜਥੇਬੰਦੀਆਂ ਦੀ ਜਿਹੜੀ ਇਹ ਲੜਾਈ ਹੈ ਇਹ ਜਿੱਤ ਤੱਕ ਲੈ ਕੇ ਜਾਣ ਦਾ ਸਾਡਾ ਜਿਹੜਾ ਮਨੋਰਥ ਹੈ। ਅਸੀਂ ਇਸ ਤਰ੍ਹਾਂ ਨਹੀਂ, ਅਸੀਂ ਭਾਰਤ ਦੇ ਕਿਸਾਨਾਂ ਨੂੰ, ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਾਗਰਤ ਕਰ ਰਹੇ ਹਾਂ ਕਿ ਆਪਦੇ ਹੱਕਾਂ ਵਾਸਤੇ ਲੜੋ। ਔਰ ਸਾਡੀ ਜਿਹੜੀ ਇਹ ਲੜਾਈ ਹੈ ਇਹ ਆਰ ਪਾਰ ਦੀ ਲੜਾਈ ਹੈ, ਇਹ ਲੜਾਈ ਇੱਥੇ ਰੁਕਣ ਵਾਲੀ ਨਹੀਂ। ਇਹ ਜਿਹੜੇ 3 ਕਾਲੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਵਾਪਸ ਕਰਾਉਣ ਤੱਕ ਲੜਾਈ ਹੈ। ਜਿੰਨਾ ਚਿਰ ਵਾਪਸ ਨਹੀਂ ਹੁੰਦਾ ਉਹਨਾਂ ਚਿਰ ਭਾਰਤ ਦਾ ਕਿਸਾਨ ਹੈ, ਜਿਹੜਾ ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ, ਸਾਰੇ ਦੇਸ਼ ਦਾ ਕਿਸਾਨ ਉੱਠ ਖੜਾ ਹੈ। ਔਰ ਇਹ ਜੋ ਕਾਨੂੰਨ ਬਣਾਏ ਨੇ ਕਿਸਾਨਾਂ ਨੂੰ ਮਾਰਨ ਵਾਸਤੇ ਕੇਂਦਰ ਸਰਕਾਰ ਨੇ, ਉਹ ਵਾਪਸ ਕਰਾਉਣ ਤੱਕ ਸਾਡੀ ਲੜਾਈ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ। ਇਹ ਸੀ ਕੁਲਵੰਤ ਸਿੰਘ ਮੌਲਵੀਵਾਲਾ ਸਾਹਿਬ ਜੋ ਸਪਸ਼ਟ ਕਰਕੇ ਗਏ ਕਿ ਉਹਨਾਂ ਵੱਲੋਂ 26-27 ਨਵੰਬਰ ਦਾ ਧਰਨਾ ਹੈ ਜਿਹੜਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਉਸੇ ਤਰ੍ਹਾਂ ਜਾਰੀ ਰਹੇਗਾ ਜਿਸ ਤਰ੍ਹਾਂ ਹੁਣ ਤੱਕ ਜੋ ਵੱਖ-ਵੱਖ ਥਾਵਾਂ 'ਤੇ ਧਰਨੇ ਤੇ ਪ੍ਰਦਰਸ਼ਨ ਜਾਰੀ ਨੇ। ਇਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਦਿੱਲੀ ਵੱਲ ਕੂਚ ਕਰਨਗੀਆਂ। ਜੇਕਰ ਉੱਥੇ ਧਾਰਾ 144 ਲਾਗੂ ਵੀ ਹੈ ਪਰ ਫਿਰ ਵੀ ਉਹਨਾਂ ਵੱਲੋਂ ਉੱਥੇ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾਵੇਗਾ।
ਭਾਵੇਂ ਕਿ ਇੱਥੋਂ ਇਹ ਵੀ ਲੱਗ ਰਿਹਾ ਹੈ ਕਿ ਉੱਥੇ ਉਹਨਾਂ ਨੂੰ ਅੱਗੇ ਜਿਹੜੀ ਨਹੀਂ ਜਾਣ ਦਿੱਤਾ ਜਾਵੇਗਾ। ਇਹਦੇ ਵਿੱਚ ਦੋ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਿਆਨ ਵੀ ਜਾਰੀ ਕਰ ਦਿੱਤਾ ਗਿਆ ਹੈ। ਹਰਮੀਤ ਸਿੰਘ ਕਾਦੀਆ ਵੱਲੋਂ ਅਤੇ ਰਾਜੇਵਾਲ ਸਾਹਿਬ ਵੱਲੋਂ ਇਹ ਬਿਆਨ ਸਾਹਮਣੇ ਆਇਆ ਹੈ ਕਿ ਜੇਕਰ ਉਹਨਾਂ ਦੀਆਂ ਕਿਸਾਨ ਜਥੇਬੰਦੀਆਂ ਨੂੰ ਰਸਤੇ ਦੇ ਵਿੱਚ ਕੋਈ ਵੀ ਰੋਕਦਾ ਹੈ ਤਾਂ ਉਹਨਾਂ ਦਾ ਧਰਨਾ ਪ੍ਰਦਰਸ਼ਨ ਹੈ ਜਿਹੜਾ ਉਸੇ ਜਗ੍ਹਾ ਦੇ ਉੱਤੇ ਕਾਇਮ ਹੋ ਜਾਵੇਗਾ। ਉੱਥੇ ਹੀ ਉਹਨਾਂ ਵੱਲੋਂ ਜਿਹੜੀ ਆਵਾਜਾਈ ਆ ਉਹ ਠੱਪ ਕਰ ਦਿੱਤੀ ਜਾਵੇਗੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੈ ਜਿਹੜਾ ਉਹ ਉੱਥੇ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਦਿੱਲੀ ਸਰਕਾਰ ਉਹਨਾਂ ਨੂੰ ਕੋਈ ਅਗਲੀ ਮੀਟਿੰਗ ਦਾ ਭਰੋਸਾ ਜਾਂ ਬਿੱਲਾਂ ਦੇ ਸੰਬੰਧ ਦੇ ਵਿੱਚ ਕੋਈ ਅਗਲਾ ਭਰੋਸਾ ਜਿਹੜਾ ਉਹ ਨਹੀਂ ਦਿੱਤਾ ਜਾਂਦਾ। ਇੱਥੇ ਆਪਾਂ ਗੱਲਬਾਤ ਕਰ ਰਹੇ ਸੀ ਕਿ ਜਥੇਦਾਰ ਸਾਹਿਬ ਵੱਲੋਂ ਕਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਹੱਕ ਦੀ ਗੱਲ ਕੀਤੀ ਗਈ ਹੈ। ਉੱਥੇ ਉਹਨਾਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਵੀ ਇੱਕ ਝੰਡੇ ਹੇਠਾਂ ਇਕੱਠੇ ਹੋਣ ਲਈ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਤੇ ਇਸੇ ਬੇਨਤੀ ਦੇ ਸੰਬੰਧ ਦੇ ਵਿੱਚ ਜਥੇਦਾਰ ਰਾਜੇਵਾਲ ਸਾਹਿਬ ਵੱਲੋਂ ਵੀ ਉੱਥੇ ਜਾ ਕੇ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਇੱਕ ਬੇਨਤੀ ਕੀਤੀ ਗਈ ਕਿ ਇੱਕ ਬੇਨਤੀ ਹੈ ਜਿਹੜੀ ਸਾਰੀ ਕੌਮ ਨੂੰ ਤੇ ਸਿਆਸੀ ਪਾਰਟੀਆਂ ਨੂੰ ਦੁਆਰਾ ਕੀਤੀ ਜਾਵੇ ਕਿ ਕੋਈ ਵੀ ਜੇਕਰ ਉਹਨਾਂ ਦੇ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਉਹ ਸ਼ਾਂਤਮਈ ਤੇ ਸੌਖੇ ਤਰੀਕੇ ਨਾਲ ਇਹ ਹੈ ਕਿ ਪਿੱਛੇ ਰਹਿ ਕੇ ਆਪਣਾ ਜਿਹੜਾ ਸੰਘਰਸ਼ ਕਰ ਸਕਦਾ ਹੈ, ਕਿਉਂਕਿ ਜਿਹੜੀਆਂ ਮੇਨ ਸਿਆਸੀ ਪਾਰਟੀਆਂ ਅੱਗੇ ਆ ਰਹੀਆਂ ਨੇ ਵਾਰ-ਵਾਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜੇਕਰ ਉਹਨਾਂ ਦੀ ਕਿਸੇ ਪੱਖੋਂ ਸਪੋਰਟ ਕਰਨੀਆਂ ਚਾਹੁੰਦੀਆਂ ਨੇ ਤਾਂ ਆਪਣੇ ਪਾਰਟੀਆਂ ਦੇ ਜਿਹੜੇ ਝੰਡੇ ਨੇ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਆਉਣ ਅਤੇ ਕੋਈ ਵੀ ਸਟੇਜ ਹੈ ਜਿਹੜੀ ਉਹ ਉੱਥੇ ਸਾਂਝੀ ਨਹੀਂ ਕੀਤੀ ਜਾਊਗੀ, ਕਿਉਂਕਿ ਕਿਸਾਨਾਂ ਦਾ ਸੰਘਰਸ਼ ਹੈ। ਕਿਸਾਨ ਜਥੇਬੰਦੀਆਂ ਹੀ ਚਾਹੁੰਦੀਆਂ ਨੇ ਕਿ ਇਸ ਸੰਘਰਸ਼ ਨੂੰ ਅੱਗੇ ਲੈ ਕੇ ਆਇਆ ਜਾਵੇ। ਤੇ ਹੁਣ ਜਿਹੜੀ ਵੀਡੀਓ ਹੈ ਸਾਡੇ ਕੋਲ ਇੱਕ ਜਥੇਦਾਰ ਸਾਹਿਬ ਦੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਅਗਲੀ ਖਬਰ ਵੱਲ। ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਸੀ ਸਾਡੇ ਅੰਦੋਲਨ ਦੀ ਹਮਾਇਤ ਕਰਨ ਲਈ। ਉਹਦੇ ਲਈ ਅਸੀਂ ਅੱਜ ਜਥੇਦਾਰ ਸਾਹਿਬ ਦਾ ਧੰਨਵਾਦ ਕਰਨ ਆਏ ਤੇ ਉਹਨਾਂ ਨੂੰ ਇੱਕ ਬੇਨਤੀ ਵੀ ਕੀਤੀ ਹੈ ਵੀ ਇਹ ਜਦੋਂ ਤੁਹਾਡੀ ਅਪੀਲ ਹੋਈ ਹੈ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਵੀ ਭੱਜਣਾ ਹੈ, ਕਿਉਂਕਿ ਹੁਣ ਤੱਕ ਸਾਡਾ ਇਹ ਫੈਸਲਾ ਸੀ ਵੀ ਜੇ ਕਿਸੇ ਪੋਲੀਟੀਕਲ ਪਾਰਟੀ ਨੇ ਆਉਣਾ ਹੈ ਉਹ ਆਪਣਾ ਝੰਡਾ ਨਹੀਂ ਲਿਆ ਸਕਦੇ, ਅਸੀਂ ਉਹਨੂੰ ਸਟੇਜ 'ਤੇ ਸਮਾਂ ਨਹੀਂ ਦੇਵਾਂਗੇ, ਸਟੇਜ ਸ਼ੇਅਰ ਨਹੀਂ ਕਰਨ ਦੇਵਾਂਗੇ। ਤੇ ਹੁਣ ਜਦੋਂ ਤੁਹਾਡੀ ਅਪੀਲ ਤੋਂ ਬਾਅਦ ਪੋਲੀਟੀਕਲ ਪਾਰਟੀਆਂ ਨੂੰ ਇੱਕ ਮੌਕਾ ਮਿਲੇਗਾ, ਕਿਰਪਾ ਕਰਕੇ ਕਿ ਅਪੀਲ ਵੀ ਕਰ ਦਿਓ ਕੋਈ ਜਿਹੜਾ ਵੀ ਆਵੇ ਉਹ ਸ਼ਾਂਤਮਈ ਰਹੇ, ਅੰਦੋਲਨ ਵਿੱਚ ਵਾਇਲੈਂਸ ਨਾ ਆਏ। ਅਸੀਂ ਹੁਣ ਤੱਕ ਐਡਾ ਲੰਬਾ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਚਲਾ ਸਕੇ ਨੇ, ਆਪਣੀ ਹਿਸਟਰੀ ਕ੍ਰੀਏਟ ਕੀਤੀ ਹੈ ਤੇ ਅਸੀਂ ਇਹਨੂੰ ਸ਼ਾਂਤਮਈ ਰੱਖਣਾ ਚਾਹੁੰਦੇ ਹਾਂ। ਉਹ ਕਿਰਪਾ ਕਰਕੇ ਇੱਕ ਅਪੀਲ ਕਰੋ। ਉਹਨਾਂ ਨੇ ਕਿਹਾ ਮੈਂ ਇਹ ਅਪੀਲ ਕਰਾਂਗਾ। ਰਾਜਾ ਸਾਹਿਬ ਨੂੰ ਲੱਗਦਾ ਕਿ ਪੋਲੀਟੀਕਲ ਜਿਹੜੇ ਤੁਹਾਡੀ ਸਟੇਜ ਤੇ ਆਣ ਕੇ ਬੈਠ ਸਕਦੇ ਆ, ਪਹਿਲਾਂ ਤੁਹਾਡੀਆਂ ਸਟੇਜਾਂ ਤੋਂ ਬਹਿੰਦੇ ਸੀ, ਉਹਨੂੰ ਤੁਸੀਂ ਉਤਾਰ ਦਿੰਦੇ ਸਟੇਜਾਂ ਤੋਂ, ਧਾਰਮਿਕ ਬੰਦੇ ਵੀ ਜਿਹੜੇ ਉਤਾਰ ਦਿੱਤੇ ਜਾਂਦੇ ਨੇ ਸਟੇਜ ਤੇ ਅਸੀਂ ਹੁਣ ਵੀ ਨਹੀਂ ਬੈਠਣ ਦੇਵਾਂਗੇ, ਪਰ ਕਿਉਂਕਿ ਉਹ ਆਪਣੇ ਫੋਲੋਅਰਸ ਨੂੰ, ਆਪਣੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਕਹਿ ਸਕਦੇ ਆ ਵੀ ਤੁਸੀਂ ਜਿਸ ਦਿਨ 26-27 ਨੂੰ ਅਸੀਂ ਜਾਣਾ ਹੈ ਤੁਸੀਂ ਆਓ। ਉਹਦੇ ਨਾਲ ਸਾਡੀ ਥੋੜੀ ਸਿਰਦਰਦੀ ਹੋਰ ਵੱਧ ਗਈ ਵੀ ਕਿਤੇ ਕੋਈ ਗੜਬੜ ਨਾ ਕਰ ਜਾਏ, ਕਿਤੇ ਕੋਈ ਵਾਇਲੈਂਟ ਨਾ ਹੋ ਜਾਏ। ਇਹਦੇ ਲਈ ਅਸੀਂ ਥੋੜਾ ਚੌਕਸ ਹੋਏ ਹਾਂ। ਇਸੇ ਲਈ ਅੱਜ ਮੈਂ ਉਹਨਾਂ ਨੂੰ ਅਪੀਲ ਕਰਨ ਆਇਆ ਸੀ, ਬੇਨਤੀ ਕੀਤੀ ਵੀ ਜੀ ਇੱਕ ਅਪੀਲ ਕਰ ਦਿਓ ਕਿ ਸ਼ਾਂਤਮਈ ਰਹਿਣਾ, ਜੇ ਤੁਸੀਂ ਮਦਦ ਤੇ ਜਾਣਾ ਤਾਂ ਸ਼ਾਂਤਮਈ ਰਹਿਣਾ ਬਹੁਤ ਜ਼ਰੂਰੀ ਹੈ। ਕਿਸਾਨ ਮੋਰਚਾ ਤੁਹਾਡੇ ਨੂੰ ਲਾਇਆ ਜਾ ਰਿਹਾ, ਕਿਸਾਨ ਜਥੇਬੰਦੀਆਂ ਸਰਗਰਮ ਹੁਣ ਤੁਸੀਂ ਉਹਨਾਂ ਨੂੰ ਖੁੱਲ੍ਹ ਦੇ ਰਹੇ ਕਿ ਉਹ ਆਪਣੇ ਬੈਨਰ ਲੈ ਕੇ ਜਾਂ ਆਪਣੇ ਝੰਡੇ ਲੈ ਕੇ ਤੁਹਾਡੇ ਨਾਲ ਆ ਸਕਦੇ? ਬੈਨਰ ਹੁਣ ਵੀ ਅਲਾਉਡ ਨਹੀਂ, ਨਾ ਸਟੇਜ ਸ਼ੇਅਰ ਕਰਨਾ ਦਿਆਂਗੇ ਅਸੀਂ। ਜੇ ਕਿਸੇ ਨੇ ਆਉਣਾ ਹੈ ਹਮਾਇਤ ਤੇ ਉਹ ਆਮ ਪਬਲਿਕ ਵਾਂਗ ਬੈਠ ਕੇ ਹਮਾਇਤ। ਕੇਂਦਰ ਸਰਕਾਰ ਦਾ ਅੜੀਅਲ ਵਤੀਰਾ ਜਿਹੜਾ ਹੈਗਾ ਹਾਂ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਕੀ ਕੇਂਦਰ ਸਾਡਾ ਜੇ ਉਹ ਅੜੀਅਲ ਵਤੀਰਾ ਸਾਡਾ ਅੰਦੋਲਨ ਪਿਛਲੇ 1.5-2 ਮਹੀਨੇ ਤੋਂ ਚੱਲਦਾ ਹੈ ਤੇ ਜਾਰੀ ਰਹੂ ਜਦੋਂ ਤੱਕ ਸਰਕਾਰ ਨਹੀਂ ਕਾਨੂੰਨ ਉਹ ਜਿਹੜੇ ਕਾਲੇ ਕਾਨੂੰਨ ਬਣਾਇਆ ਵਾਪਸ ਨਹੀਂ ਲੈਂਦੀ, ਉਦੋਂ ਤੱਕ ਜਾਰੀ ਰਹੂ, ਕੋਈ ਪ੍ਰੋਬਲਮ ਨਹੀਂ ਹੈ ਸਾਨੂੰ। 26 ਨੂੰ ਪੂਰੇ ਦੇਸ਼ ਭਰ ਤੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਰਹੇ ਜਾਂ ਕੇਵਲ ਪੰਜਾਬ ਤੋਂ ਹੀ ਆ? ਨਹੀਂ, ਸਾਰੇ ਦੇਸ਼ ਚੋਂ 26 ਤਾਰੀਖ ਨੂੰ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਆ ਰਹੀਆਂ। ਔਰ ਇੱਕ ਇਹ ਬੜੀ ਤਰਾਸਦੀ ਹੈ ਵੀ ਮੀਡੀਆ ਨੇ ਜੋ ਕੁਝ 5 ਤਰੀਕ ਨੂੰ ਚੱਕਾ ਜਾਮ ਦਾ ਅੰਦੋਲਨ ਸਾਰੇ ਦੇਸ਼ ਵਿੱਚ ਕਾਮਯਾਬ ਹੋਇਆ, ਉਹ ਇੱਥੇ ਪੰਜਾਬ ਔਰ ਹਰਿਆਣੇ ਤੋਂ ਅੱਗੇ ਕਿਤੇ ਜਾ ਕੇ ਕਿਸੇ ਨੇ ਦਿਖਾਇਆ ਹੀ ਨਹੀਂ। ਇਹ ਸਾਰੇ ਦੇਸ਼ ਵਿੱਚੋਂ ਮੈਨੂੰ ਇੱਕ ਅਖਬਾਰ ਦੇ ਸਾਊਥ ਵਿੱਚੋਂ ਐਡੀਟਰ ਨੇ ਫੋਨ ਕਰਕੇ ਕਿਹਾ ਵੀ ਪਤਾ ਨਹੀਂ ਕੀ ਹੈ, ਮੈਂ ਕੁਝ ਕਹਿ ਨਹੀਂ ਸਕਦਾ, ਪਰ ਤੁਹਾਡਾ ਇਹ ਜਿਹੜਾ 5 ਤਾਰੀਖ ਦਾ ਪ੍ਰੋਗਰਾਮ ਸੀ ਚੱਕਾ ਜਾਮ ਦਾ ਉਹ ਮੁਕੰਮਲ ਸਫਲ ਰਿਹਾ। ਉਹ ਇਸੇ ਤਰ੍ਹਾਂ 26-27 ਨੂੰ ਸਰਕਾਰ 'ਚ ਵੀ ਘਬਰਾਹਟ ਹੈ, ਸਾਨੂੰ ਪਤਾ ਹੈ ਵੀ ਕਿਵੇਂ ਲੋਕਾਂ ਨੇ ਲੱਖਾਂ ਦੀ ਤਾਦਾਦ 'ਚ ਆਉਣਾ ਹੈ। ਔਰ ਸਾਨੂੰ ਇਹ ਵੀ ਪਤਾ ਹੈ
ਜੋ ਸਰਕਾਰ ਕਰਨਾ ਚਾਹੁੰਦੀ ਅਸੀਂ ਕਹਿ ਆਏ ਹਾਂ ਉਹਨਾਂ ਨੂੰ ਜਿਸ ਦਿਨ ਮੀਟਿੰਗ ਹੋਈ ਵੀ ਸਾਨੂੰ ਪਤਾ ਤੁਸੀਂ ਸਾਨੂੰ ਪੰਜਾਬ ਵਾਲਿਆਂ ਨੂੰ ਹਰਿਆਣੇ 'ਚ ਨਹੀਂ ਵੜਨ ਦੇਣਾ, ਹਰਿਆਣੇ ਵਾਲਿਆਂ ਨੂੰ ਦਿੱਲੀ 'ਚ ਨਹੀਂ ਵੜਨ ਦੇਣਾ। ਅਸੀਂ ਪਲਾਨ ਕਰ ਲਿਆ, ਹਰਿਆਣੇ ਵਾਲੇ ਦਿੱਲੀ ਦੇ ਬਾਰਡਰ ਨੂੰ ਘੇਰ ਲੈਣਗੇ, ਯੂਪੀ ਵਾਲੇ ਯੂਪੀ ਤੋਂ ਦਿੱਲੀ ਵਾਲੇ ਬਾਰਡਰ ਨੂੰ ਘੇਰ ਲੈਣਗੇ, ਰਾਜਸਥਾਨ ਵਾਲੇ ਉੱਧਰੋਂ ਘੇਰ ਲੈਣਗੇ। ਪੰਜਾਬ ਨੂੰ ਤੁਸੀਂ ਰੋਕੋਗੇ ਤਾਂ ਪੰਜਾਬ ਤੋਂ ਜਿੰਨੀਆਂ ਐਂਟਰੀਆਂ ਨੇ ਦਿੱਲੀ ਨੂੰ ਉਹ ਸਾਰੀਆਂ ਦੇ ਸਾਰੀਆਂ ਅਸੀਂ ਪਲਾਨ ਕਰ ਰਹੇ ਹਾਂ। ਅਸੀਂ ਉੱਥੇ ਹੀ ਬੈਠ ਜਾਵਾਂਗੇ, ਉੱਥੇ ਹੀ ਲੰਗਰ ਲਾਵਾਂਗੇ, ਉੱਥੇ ਹੀ ਦਿਨ ਰਾਤ ਬੈਠਾਂਗੇ ਜਦੋਂ ਤੱਕ ਕਿਸੇ ਕੰਢੇ ਗੱਲ ਨਹੀਂ ਲੱਗਦੀ। ਜੀ ਇਹ ਸੀ ਬਲਬੀਰ ਸਿੰਘ ਰਾਜੇਵਾਲ ਜੋ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਨੇ। ਉਹਨਾਂ ਦਾ ਬਿਆਨ ਤੁਸੀਂ ਸੁਣੀ ਚੁੱਕੇ ਹੋ ਕਿ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਜਥੇਦਾਰ ਸਾਹਿਬ ਦਾ ਧੰਨਵਾਦ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਜੋ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਗਈ ਹੈ ਉਹਦੇ ਵਿੱਚ ਉਹ ਉਹਨਾਂ ਦਾ ਧੰਨਵਾਦ ਕਰਦੇ ਨੇ। ਤੇ ਇੱਕ ਬੇਨਤੀ ਉਹਨਾਂ ਨੂੰ ਹੋਰ ਜਿਹੜੀ ਕਰਨ ਲਈ ਕਿਹਾ ਗਿਆ ਉਹ ਇਹ ਹੈ ਕਿ ਉਹ ਸਿਆਸੀ ਪਾਰਟੀਆਂ ਨੂੰ ਇਹ ਬੇਨਤੀ ਕਰਨ ਕਿ ਉਹ ਆਪਣਾ ਸਿਆਸੀ ਲਾਹਾ ਜਿਹੜਾ ਇਸ ਸੰਘਰਸ਼ ਦੇ ਵਿੱਚੋਂ ਨਾ ਲੈਣ, ਕਿਉਂਕਿ ਇਹ ਕਿਸਾਨਾਂ ਦਾ ਸੰਘਰਸ਼ ਹੈ, ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਹੈ। ਤੇ ਇੱਥੇ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕਿਸਾਨ ਜਥੇਬੰਦੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਲੀ ਜਾਣ ਸਮੇਂ ਰੋਕ ਲਗਾਈ ਜਾਂਦੀ ਹੈ ਤਾਂ ਉਹ ਉਸੇ ਥਾਂ ਦੇ ਉੱਤੇ ਰੁਕ ਕੇ ਧਰਨਾ ਤੇ ਪ੍ਰਦਰਸ਼ਨ ਆਪਣਾ ਜਾਰੀ ਰੱਖਣਗੇ। ਤੇ ਜਿੱਥੇ ਤੱਕ ਗੱਲ ਆ ਜਾਂਦੀ ਹੈ ਕੌਮ ਦੇ ਜਥੇਦਾਰ ਗਿਆਨੀ ਸਰਦਾਰ ਹਰਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਮੁਲਾਕਾਤ ਕਰਕੇ ਜੋ ਬੇਨਤੀ ਕੀਤੀ ਗਈ ਹੈ ਉਹਦੇ ਵਿੱਚ ਵਾਰ-ਵਾਰ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਸਿਆਸੀ ਪਾਰਟੀਆਂ ਆਪਣਾ ਲਾਹਾ ਇਸ ਸੰਘਰਸ਼ ਦੇ ਪਿੱਛੇ ਲੈਣਾ ਚਾਹੁੰਦੀਆਂ ਨੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਅਤੇ ਇਹ ਸਿੱਧੇ ਤੇ ਸਪਸ਼ਟ ਰੂਪ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਹ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਦੇਣਾ ਚਾਹੁੰਦੇ ਨੇ ਤਾਂ ਆਪਣਾ ਝੰਡਾ ਹੈ ਜਿਹੜਾ ਆਪਣੀ ਪਾਰਟੀ ਦਾ ਝੰਡਾ ਹੈ ਉਹਨੂੰ ਇੱਕ ਪਾਸੇ ਰੱਖ ਕੇ ਆਉਣ, ਤਾਂ ਹੀ ਇਸ ਸੰਘਰਸ਼ ਦੇ ਵਿੱਚ ਉਹਨਾਂ ਦਾ ਜਿਹੜਾ ਸਾਥ ਆ ਮੰਨਿਆ ਜਾਵੇਗਾ। ਕਿਉਂਕਿ ਇਸ ਸਾਰੇ ਸੰਘਰਸ਼ ਦੇ ਵਿੱਚ ਉਹ ਪਾਰਟੀਆਂ ਜੋ ਕਿਸਾਨ ਆਗੂਆਂ ਦੇ ਨਾਲ ਲੱਗੀਆਂ ਹੋਈਆਂ ਨੇ, ਕਿਤੇ ਨਾ ਕਿਤੇ ਇਹ ਲੱਗਦਾ ਹੈ, ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਆਪਣਾ ਸਿਆਸੀ ਲਾਹਾ ਹੈ ਜਿਹੜਾ ਉਹ ਇਹਦੇ ਪਿੱਛੇ ਲੈਂਦੀਆਂ ਨਜ਼ਰ ਆ ਰਹੀਆਂ ਨੇ। ਤੇ ਹਰਮੀਤ ਸਿੰਘ ਕਾਦੀਆਂ ਵੱਲੋਂ ਵੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਥਾਂ ਦੇ ਉੱਤੇ ਦਿੱਲੀ ਜਾਣ ਸਮੇਂ ਧਰਨੇ ਪ੍ਰਦਰਸ਼ਨ ਕਰਨ ਨੂੰ ਕੋਈ ਰੋਕਿਆ ਜਾਂਦਾ ਹੈ ਤਾਂ ਉਸੇ ਜਗ੍ਹਾ ਦੇ ਉੱਤੇ ਧਰਨਾ ਪ੍ਰਦਰਸ਼ਨ ਹੈ ਜਿਹੜਾ ਉਹ ਉਹਨਾਂ ਵੱਲੋਂ ਜਾਰੀ ਕਰ ਦਿੱਤਾ ਜਾਵੇਗਾ। ਤੇ ਇਹਦੇ ਨਾਲ ਜੋ ਅਗਲੀ ਮੀਟਿੰਗ ਉਹਨਾਂ ਦੀ ਚੰਡੀਗੜ੍ਹ ਵਿਖੇ ਹੋਣੀ ਹੈ ਉਸ ਮੀਟਿੰਗ ਤੋਂ ਬਾਅਦ ਜਿਹੜਾ ਅਗਲਾ ਫੈਸਲਾ ਹੈ ਉਹ ਲਿਆ ਜਾਣਾ ਹੈ, ਕਿਉਂਕਿ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਇੱਕ ਮੀਟਿੰਗ ਦੇ ਵਿੱਚ ਇਕੱਠੀਆਂ ਹੋ ਕੇ ਉਸ ਤੋਂ ਬਾਅਦ ਜੋ ਵੀ ਫੈਸਲਾ ਲੈਣਗੀਆਂ ਉਹਨੂੰ ਬਿਆਨ ਦੇ ਜ਼ਰੀਏ ਜਾਰੀ ਕੀਤਾ ਜਾਵੇਗਾ ਅਤੇ ਅਗਲੀ ਰਣਨੀਤੀ ਹੈ ਜਿਹੜੀ ਉਹ ਸਾਰੀ ਦੱਸੀ ਜਾਵੇਗੀ। ਤੇ ਜੇਕਰ ਇੱਥੇ ਇੱਕ ਗੱਲ ਹੋਰ ਵੀ ਉਹਨਾਂ ਵੱਲੋਂ ਸਪਸ਼ਟ ਕੀਤੀ ਗਈ ਹੈ ਕਿ ਜੇਕਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਦਾ ਜਿਹੜਾ ਸੰਘਰਸ਼ ਹੈ ਕਿਸੇ ਹੱਦ ਤੱਕ ਨੇੜੇ ਲੱਗ ਜੇ। ਤੇ ਉਹਨਾਂ ਵੱਲੋਂ ਜੋ 3 ਬਿੱਲ ਦੇ ਉੱਤੇ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਹੋ ਸਕਦਾ ਹੈ ਕਿ ਉਹ ਆਪਣਾ ਇਸ ਸੰਘਰਸ਼ ਦੇ ਵਿੱਚ ਉਹਨਾਂ ਬਿੱਲਾਂ ਦੇ ਉੱਤੇ ਕੋਈ ਤਬਦੀਲੀ ਲਿਆ ਸਕਣ। ਪਰ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਵੀ ਹਾਂ ਪੱਖੀ ਜਿਹੜਾ ਹੁੰਗਾਰਾ ਹੈ ਉਹ ਦੇਖਣ ਨੂੰ ਨਹੀਂ ਮਿਲ ਰਿਹਾ। ਕੇਂਦਰ ਹਾਲੇ ਵੀ ਸਖਤ ਨਜ਼ਰ ਆ ਰਹੀ ਹੈ। ਧਾਰਾ 144 ਉੱਥੇ ਲਾਗੂ ਕਰ ਦਿੱਤੀ ਗਈ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਜੋ ਪ੍ਰਦਰਸ਼ਨ ਇਸ ਸਮੇਂ ਪੰਜਾਬ ਦੇ ਵਿੱਚ ਹੋ ਰਹੇ ਨੇ ਉਹ ਦਿੱਲੀ ਹੋਣ, ਕਿਉਂਕਿ ਜੇਕਰ ਕਿਸਾਨ ਜਥੇਬੰਦੀਆਂ ਦੀ ਮੰਨੀਏ ਤਾਂ ਇਹ ਕਿਹਾ ਜਾਂਦਾ ਹੈ ਕਿ ਲਗਾਤਾਰ ਪ੍ਰੈਸ਼ਰ ਹੈ ਜਿਹੜਾ ਉਹ ਕੇਂਦਰ ਸਰਕਾਰ ਦੇ ਉੱਤੇ ਬਣਿਆ ਹੋਇਆ, ਜਿਸ ਕਰਕੇ ਉੱਥੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਨੇ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਨੇ। ਭਾਵੇਂ ਕਿ ਹਰਮੀਤ ਸਿੰਘ ਕਾਦੀਆਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਮੀਟਿੰਗ ਤੋਂ ਪਹਿਲਾਂ ਉਹਨਾਂ ਨੂੰ ਉੱਥੇ ਧਰਨਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਹੈ ਜਿਹੜੀ ਉਹ ਦਿੱਤੀ ਗਈ ਸੀ, ਪਰ ਮੀਟਿੰਗ ਤੋਂ ਬਾਹਰ ਆਉਂਦੇ ਹੀ ਉਹ ਜੋ ਧਰਨਾ ਪ੍ਰਦਰਸ਼ਨ ਦੀ ਜੋ ਉੱਥੇ ਉਹਨਾਂ ਨੂੰ ਖੁੱਲ੍ਹ ਦਿੱਤੀ ਗਈ ਸੀ ਉਹ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਧਾਰਾ 144 ਉੱਥੇ ਲਾਗੂ ਕਰ ਦਿੱਤੀ ਗਈ ਹੈ ਤਾਂ ਕਿ ਕੋਈ ਵੀ ਕਿਸਾਨ ਜਥੇਬੰਦੀਆਂ ਆਪਣਾ ਪ੍ਰਦਰਸ਼ਨ ਹੈ ਜਿਹੜਾ ਉਹ ਨਾ ਕਰ ਸਕਣ। ਪਰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ। ਤੁਹਾਨੂੰ ਫਿਰ ਦੱਸ ਦਈਏ ਕਿ ਜੇਕਰ ਉੱਥੇ ਕਿਸੇ ਵੀ ਤਰ੍ਹਾਂ ਦੀ ਰੋਕ ਹੈ ਉੱਥੇ ਲਗਾਈ ਜਾਂਦੀ ਹੈ ਤਾਂ ਉਸੇ ਜਗ੍ਹਾ ਦੇ ਉੱਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਧਰਨਾ ਤੇ ਪ੍ਰਦਰਸ਼ਨ ਜਾਰੀ ਕਰ ਦਿੱਤਾ ਜਾਵੇਗਾ। ਇਹ ਸੀ ਹੁਣ ਤੱਕ ਦੀ ਅਪਡੇਟ। ਅਗਲੀ ਅਪਡੇਟ ਲੈ ਕੇ ਤੁਹਾਡੇ ਨਾਲ ਜਲਦੀ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।